ਸਾਂਝਾ ਸਿਵਲ ਕੋਡ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਅਸੀਂ ਇਸ ਸਾਰੇ ਮਾਮਲੇ ਨੂੰ ਕਾਨੂੰਨੀ ਨੁਕਤਾ ਨਿਗਾਹ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਚਰਨਜੀਤ ਸ਼ਰਮਾ। ਇਹਨਾਂ ਨੇ ਇਸ ਸਾਰੇ ਕਾਸੇ ਨੂੰ ਕਾਫੀ ਦਿਲਚਸਪੀ ਨਾਲ ਪੜ੍ਹਿਆ। ਗੱਲ ਕਰਦੇ ਹਾਂ ਕਿ ਵਾਕਈ ਸਾਂਝੇ ਸਿਵਲ ਕੋਡ ਦੀ ਇੰਡੀਆ ਵਿੱਚ ਲੋੜ ਹੈ ਜਾਂ ਫਿਰ ਜੇਕਰ ਇਹ ਲਾਗੂ ਹੋ ਜਾਂਦਾ ਹੈ ਤਾਂ ਕਿੰਨਾ ਕੁ ਨੁਕਸਾਨ ਹੋਏਗਾ। ਹੋਰ ਪੱਖਾਂ 'ਤੇ ਵੀ ਅਸੀਂ ਰੋਸ਼ਨੀ ਪਾਉਣ ਦੀ ਕੋਸ਼ਿਸ਼ ਕਰਾਂਗੇ। ਸ਼ਰਮਾ ਜੀ, ਸਵਾਗਤ ਹੈ ਤੁਹਾਡਾ। ਖੋਖਰ ਸਾਹਿਬ, ਇਹ ਯੂਨੀਫਾਰਮ ਸਿਵਲ ਕੋਡ ਵਾਲਾ ਮਸਲਾ ਹੁਣ ਲੋਕਾਂ ਦੇ ਵਿੱਚ ਹੁਣ ਜ਼ਿਆਦਾ ਆ ਰਿਹਾ, ਕਿਉਂਕਿ ਇੱਕ ਖਾਸ ਕਿਸਮ ਦੀ ਸਰਕਾਰ ਨੇ ਇਹਦੇ ਉੱਤੇ ਤਵੱਜੋ ਦੇਣੀ ਸ਼ੁਰੂ ਕੀਤੀ ਹੈ। ਅਦਰਵਾਈਜ਼ ਸੰਵਿਧਾਨ ਦੇ ਵਿੱਚ ਇਹਦੀ ਪ੍ਰੋਵੀਜ਼ਨ ਹੈਗੀ ਹੈ। ਇਹਨੂੰ ਪਾਰਟ 4 ਦੇ ਵਿੱਚ ਚੌਥਾ ਜਿਹੜਾ ਚੈਪਟਰ ਆ ਕੌਂਸਟੀਟਿਊਸ਼ਨ ਦਾ, ਉਹਦੇ ਵਿੱਚ ਰੱਖਿਆ ਗਿਆ ਸੀ। ਉਹਦੇ ਵਿੱਚ ਇੱਕ ਤਰ੍ਹਾਂ ਦੇ ਡਾਇਰੈਕਟਿਵ ਪ੍ਰਿੰਸੀਪਲਸ ਨੇ ਜਿਨ੍ਹਾਂ ਨੂੰ ਮੇਨ ਗਵਰਨੈਂਸ ਦੇ ਵੇਲੇ ਸਰਕਾਰ ਨੇ ਆਪਣੇ ਧਿਆਨ ਦੇ ਵਿੱਚ ਰੱਖਣਾ ਸੀਗਾ। ਉਦੋਂ ਜਦੋਂ ਸੰਵਿਧਾਨ ਦੇ ਮਾਹਰਾਂ ਨੇ ਸੰਵਿਧਾਨ ਨੂੰ ਘੜਿਆ, ਉਦੋਂ ਕਿਉਂਕਿ ਹਰ ਤਰ੍ਹਾਂ ਦਾ ਕਾਨੂੰਨ ਲਾਗੂ ਨਹੀਂ ਸੀ ਕੀਤਾ ਜਾ ਸਕਦਾ ਉਸ ਮੌਕੇ ਜਦੋਂ ਲੋਕਾਂ ਦੀ ਸੋਚ ਵੀ ਉਸ ਲੈਵਲ ਦੀ ਨਹੀਂ ਸੀਗੀ, ਜਾਂ ਸਹੂਲਤਾਂ ਦੀ ਸਾਧਨਾਂ ਦੀ ਘਾਟ ਸੀ, ਜਾਂ ਫਿਰ ਉਸ ਲੈਵਲ ਦਾ ਸਾਡੇ ਕੋਲ ਢਾਂਚਾ ਵੀ ਨਹੀਂ ਸੀਗਾ ਜੋ ਕਾਨੂੰਨੀ ਢਾਂਚਾ ਹੁੰਦਾ। ਜਦੋਂ ਸੰਵਿਧਾਨ ਬਣਦਾ ਉਹਦਾ ਪਿਛੋਕੜ ਇਹ ਸੀਗਾ ਕਿ ਦੇਸ਼ ਦੇ ਵਿੱਚ ਬੜਾ ਖੂਨ ਖਰਾਬਾ ਹੋਇਆ ਸੀਗਾ। ਮੇਨ ਦੇਸ਼ ਦੀ ਵੰਡ ਸੀ ਜਿਹੜੀ ਉਹ ਹਿੰਦੂ ਮੁਸਲਮਾਨ ਦੇ ਨਾਮ ਤੇ ਹੋਈ ਸੀਗੀ। ਇੱਧਰ ਮੋਟੇ ਤੌਰ ਤੇ ਜਿਹੜੀਆਂ ਜਾਤਾਂ ਰਹਿ ਗਈਆਂ ਸੀ, ਜਿਹੜੀਆਂ ਕਮਿਊਨਿਟੀਜ਼ ਰਹਿ ਗਈਆਂ ਸੀ, ਸਿੱਖ ਸੀਗੇ, ਹਿੰਦੂ ਸੀਗੇ, ਉਹਦੇ ਨਾਲ ਦੋ ਕਿ ਜਿਹੜੇ ਸਟੇਟ ਪਾਕਿਸਤਾਨ ਜੋ ਦੇਸ਼ ਬਣਿਆ ਸੀਗਾ ਉਹ ਮੁਸਲਮਾਨਾਂ ਲਈ ਬਣਿਆ ਸੀ। ਪਰ ਕਿਉਂਕਿ ਹਿੰਦੁਸਤਾਨ ਦੇ ਲੀਡਰਾਂ ਦੀ ਸੋਚ ਚੰਗੀ ਸੀ, ਸੈਕੂਲਰ ਸੋਚ ਵਾਲੇ ਸੀਗੇ, ਇਸ ਲਈ ਮੁਸਲਮਾਨਾਂ ਨੇ ਵੀ ਰਹਿਣਾ ਇੱਧਰ ਪਸੰਦ ਕੀਤਾ ਸੀਗਾ। ਉਸ ਵੇਲੇ ਕੀ ਹੋਇਆ ਕਿ ਜਦੋਂ ਕੌਂਸਟੀਟਿਊਸ਼ਨ ਕਮੇਟੀ ਜੋ ਕੌਂਸਟੀਟਿਊਐਂਟ ਅਸੈਂਬਲੀ ਸੀਗੀ ਉਹਦੇ ਅਜਲਾਸ ਹੋਏ, ਉਹਨਾਂ ਦੇ ਵਿੱਚ ਜਦੋਂ ਸੰਵਿਧਾਨ ਘੜਿਆ ਜਾ ਰਿਹਾ ਸੀਗਾ, ਇਹ ਜਿਹੜਾ ਵਿਸ਼ਾ ਸੀਗਾ ਇਹ ਦ੍ਰਿਸ਼ਟੀਗੋਚਰ ਰਿਹਾ ਕਿ ਦੂਸਰਾ ਇਹ ਸੰਵਿਧਾਨ ਵਿੱਚ ਪ੍ਰੋਵੀਜ਼ਨ ਇਸ ਤਰ੍ਹਾਂ ਦੀ ਰੱਖਣੀ ਚਾਹੀਦੀ ਹੈ ਯੂਨੀਫਾਰਮ ਸਿਵਲ ਕੋਡ ਦੀ ਕਿ ਇੱਕ ਤਰ੍ਹਾਂ ਦਾ ਹੀ ਲਾਅ ਸਾਰਿਆਂ 'ਤੇ ਐਪਲੀਕੇਬਲ ਹੋਵੇ। ਉਦੋਂ ਵੈਸਾਂ ਬਹੁਤ ਡਿਟੇਲ ਦੇ ਵਿੱਚ ਗਈਆਂ। ਬੜੇ ਦਾਰਸ਼ਨਿਕ ਫਿਲਾਸਫਰ ਜਿਹੜੇ ਸੀਗੇ ਉਹ ਉਸ ਸਮੇਂ ਜੋ ਕੌਂਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਸੀਗੇ, ਆਪਣੇ KM ਮੁਨਸ਼ੀ ਸਾਹਿਬ ਸੀਗੇ, ਇਸ ਤਰ੍ਹਾਂ ਅੰਬੇਦਕਰ ਸਾਹਿਬ ਸੀਗੇ। ਬਹੁਤ ਚੰਗੇ ਪੱਧਰ ਦੇ ਜਿਹੜੇ ਕਾਨੂੰਨ ਚੰਗੀ ਤਰ੍ਹਾਂ ਜਾਣਦੇ ਸੀ। ਮਾਹਰ ਕਹਿ ਸਕਦੇ ਇੱਕ ਮੰਤਰੀ ਲੈਵਲ ਦੇ ਬੰਦੇ ਸੀ, ਮੰਤਰੀ ਵੀ ਸੀਗੇ, ਹੋਰ ਮੰਤਰੀ ਪੱਧਰ ਇੰਟਰਨੈਸ਼ਨਲ ਲੈਵਲ ਦੇ ਮੰਤਰੀ ਦੇ ਸੀਗੇ ਜੀ। ਹੁਣ ਉਦੋਂ ਇਹ ਸੀਗਾ ਦ੍ਰਿਸ਼ਟੀਗੋਚਰ ਕਿ ਜੋ ਇਹ ਯੂਨੀਫਾਰਮ ਸਿਵਲ ਕੋਡ ਇਹਨੂੰ ਫੰਡਾਮੈਂਟਲ ਰਾਈਟ ਬਣਾਇਆ ਜਾਵੇ, ਮੁੱਢਲਾ ਅਧਿਕਾਰ ਬਣਾਇਆ ਜਾਵੇ ਕਿ ਲੋਕਾਂ ਦਾ ਰਾਈਟ ਬਣ ਜਾਵੇ ਕਿ ਕੋਰਟ ਦੇ ਵਿੱਚ ਜਾ ਕੇ ਇਨਫੋਰਸ ਕਰ ਸਕਣ ਕਿ ਸਾਨੂੰ ਯੂਨੀਫਾਰਮ ਸਿਵਲ ਕੋਡ ਦਿਓ, ਸਾਨੂੰ ਇੱਕੋ ਕਾਨੂੰਨ ਚਾਹੀਦਾ ਸਾਰਿਆਂ ਲਈ, ਲੇਡੀਜ਼ 'ਤੇ ਵੀ ਜੈਂਟਸ 'ਤੇ ਵੀ ਇੱਕੋ ਲਾਗੂ ਹੋਵੇ, ਹਰ ਵਸਿੰਦੇ 'ਤੇ ਇੱਕੋ ਲਾਗੂ ਹੋਵੇ। ਪਰ ਉਦੋਂ ਦੇ ਜੋ ਸੰਵਿਧਾਨਕਾਰ ਸੀਗੇ ਉਹਨਾਂ ਨੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦਿਆਂ, ਸੋਸ਼ਲ ਇਕਨੋਮਿਕ ਜੋ ਦੇਸ਼ ਦੀ ਪੋਜੀਸ਼ਨ ਸੀ ਉਦੋਂ, ਉਹਨੂੰ ਦੇਖਦਿਆਂ ਹੋਇਆਂ ਇਹ ਨਿਸ਼ਚਾ ਕੀਤਾ, ਇਹ ਫੈਸਲਾ ਲਿਆ ਕਿ ਇਹਨੂੰ ਡਾਇਰੈਕਟਿਵ ਪ੍ਰਿੰਸੀਪਲ ਜਿਹੜੇ ਕਿ ਇਮੀਡੀਏਟਲੀ ਫੋਰਸੇਬਲ ਨਹੀਂਗੇ, ਕੋਰਟ ਦੇ ਵਿੱਚ ਐਨਫੋਰਸ ਨਹੀਂ ਕੀਤੇ ਜਾ ਸਕਦੇ। ਜਿਹੜੇ ਫੰਡਾਮੈਂਟਲ ਰਾਈਟਸ ਨੇ, ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਇਹਨਾਂ ਦੋਵਾਂ ਦੇ ਵਿੱਚ ਫ਼ਰਕ ਕੀ ਹੈ। ਫੰਡਾਮੈਂਟਲ ਰਾਈਟਸ ਦਾ ਉਦੋਂ ਹੀ ਸਟੇਟ ਦੇ ਅਗੇਂਸਟ ਇਨਸਾਨ ਨੂੰ ਰਾਈਟ ਮਿਲ ਜਾਂਦਾ ਕਿ ਤੁਸੀਂ ਜੇ ਨਹੀਂ ਕੋਈ ਸਟੇਟ ਤੁਹਾਡੇ ਉਹਨਾਂ ਰਾਈਟਸ ਦੀ ਵਾਇਓਲੇਸ਼ਨ ਹੋ ਰਹੀ ਹੈ, ਤੁਸੀਂ ਜਾ ਕੇ ਕੋਰਟ ਦੇ ਵਿੱਚ ਉਹਨੂੰ ਲਾਗੂ ਕਰਾਉਣ ਲਈ, ਉਹਦੀ ਇੰਪਲੀਮੈਂਟੇਸ਼ਨ ਲਈ ਕੋਰਟ ਨੂੰ ਅਪਰੋਚ ਕਰ ਸਕਦੇ ਹੋ, ਰਿਟ ਫਾਈਲ ਕਰ ਸਕਦੇ ਹੋ। ਕਿਹੜੇ ਬਣਦੇ ਆ ਉਹਦੇ ਵਿੱਚ? ਜਿਵੇਂ ਰਾਈਟ ਟੂ ਇਕੁਐਲਿਟੀ ਦਾ ਸੀਗਾ, ਬੋਲਣ ਦੀ ਆਜ਼ਾਦੀ ਸੀਗੀ, ਧੰਦੇ ਦੀ ਆਜ਼ਾਦੀ ਸੀਗੀ, ਇਸ ਤਰ੍ਹਾਂ ਦੇ ਅਨਟੱਚੇਬਿਲਟੀ ਦੇ ਅਗੇਂਸਟ ਤੁਸੀਂ ਜਾ ਸਕਦੇ ਸੀ ਕਿ ਜੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਛੂਆ-ਛਾਤ ਵਾਲਾ ਕੋਈ ਵਿਹਾਰ ਕੀਤਾ ਜਾ ਰਿਹਾ ਉਹਦੇ ਵਿਰੁੱਧ ਤੁਸੀਂ ਹਾਈ ਕੋਰਟ ਜਾ ਸਕਦੇ ਸੀ, ਸੁਪਰੀਮ ਕੋਰਟ ਜਾ ਸਕਦੇ ਸੀਗੇ। ਪਰ ਜਿਹੜੇ ਇਹ ਰਾਈਟਸ ਨੇ ਇਹਨਾਂ ਨੂੰ ਅਨਐਨਫੋਰਸੇਬਲ ਬਣਾਇਆ ਗਿਆ, ਐਨਫੋਰਸੇਬਲ ਨਹੀਂ ਸੀਗੇ, ਕੋਰਟ ਦੇ ਵਿੱਚ ਨਹੀਂ ਸੀ ਤੁਸੀਂ ਜਾ ਸਕਦੇ ਇਹਨਾਂ ਨੂੰ ਇੰਪਲੀਮੈਂਟ ਕਰਾਉਣ ਲਈ। ਹੌਲੀ ਹੌਲੀ ਕੋਰਟ ਨੇ ਇਹਨਾਂ ਦੇ ਵਿੱਚ ਦੇਖਿਆ ਕਿ ਥੀਸ ਵਰ ਦੀ ਪ੍ਰਿੰਸੀਪਲਸ ਫਾਰ ਗਾਈਡਿੰਗ ਦੀ ਸਟੇਟ ਟੂ ਗਵਰਨ ਦੀ, ਹਾਊ ਟੂ ਗਵਰਨ ਦੀ ਕੰਟਰੀ। ਜਦੋਂ ਦੇ ਵਰ ਟੂ ਕੀਪ ਇਨ ਮਾਈਂਡ, ਇਹਨਾਂ ਨੇ ਦਿਮਾਗ ਦੇ ਵਿੱਚ ਰੱਖਣਾ ਸੀਗਾ ਕਿ ਇਹਨਾਂ ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਨੇ, ਜਿਹੜੇ ਦਿਸ਼ਾ ਨਿਰਦੇਸ਼ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਅਨੁਸਾਰ ਅਸੀਂ ਗਵਰਨੈਂਸ ਕਰਨੀ ਹੈ। ਉਹਦੇ ਵਿੱਚ ਕਈ ਤਰ੍ਹਾਂ ਦੇ ਹੋਰ ਰਾਈਟ ਸੀਗੇ, ਜਿਵੇਂ ਔਰਤਾਂ ਦੀ ਬਿਹਤਰੀ ਲਈ ਰਾਈਟ ਸੀਗੇ, ਬੱਚਿਆਂ ਨੂੰ ਐਜੂਕੇਸ਼ਨ ਦੇਣੀ, ਜਿਹੜੀ ਪ੍ਰਾਇਮਰੀ ਐਜੂਕੇਸ਼ਨ ਕੰਪਲਸਰੀ ਕਰਨ ਦਾ ਸੀਗਾ, ਪ੍ਰੋਵੀਜ਼ਨ ਹੈਗੀ ਸੀਗੀ, ਜੋ ਕਿ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਰਾਈਟ ਬਣ ਗਏ। ਰਾਈਟ ਟੂ ਐਜੂਕੇਸ਼ਨ ਲਾਗੂ ਹੋ ਗਿਆ।
ਇਕੁਅਲ ਪੇ ਇਕੁਅਲ ਵਰਕ ਵਾਲਾ ਸੀਗਾ ਜਿਹੜਾ ਉਹ ਲਾਗੂ ਹੋ ਗਿਆ। ਇਹ ਜਦ ਕਿ ਨਹੀਂ ਹੋਇਆ, ਉਹਦਾ ਹਜੇ ਫੈਸਲਾ ਹੀ ਆਇਆ ਵੈਸੇ, ਨਹੀਂ ਲਾਗੂ ਹੋ ਨਹੀਂ ਚੁੱਕਾ। ਇੰਪਲੀਮੈਂਟ ਹੈ ਨਹੀਂ ਆਪਣੇ ਪੰਜਾਬ 'ਚ ਤਾਂ ਹੋਇਆ ਨਹੀਂ। 3500 ਤਨਖਾਹ ਟੀਚਰ ਅੱਜ ਦੀ ਡੇਟ 'ਚ ਵੀ ਲੈ ਰਹੇ ਨੇ। ਉਹ ਕਈ ਉਹਦੇ ਵਿੱਚ ਅੱਗੇ ਰਹਿ ਜਾਂਦੀਆਂ ਨੇ। ਵੈਸੇ ਤਾਂ ਮੁੱਦਾ ਨਹੀਂ। ਹਾਂ, ਜਿਹੜੇ ਮੇਨ ਜਿਹੜਾ ਹੈਗਾ ਕਾਮਨ ਸਿਵਲ ਕੋਡ ਦੀ ਆਪਾਂ ਗੱਲ ਕਰਦੇ ਹਾਂ, ਇਹ 'ਚ ਕਿਹੜੀਆਂ ਗੱਲਾਂ ਆ ਸਕਦੀਆਂ ਨੇ ਤੁਹਾਡੇ ਮੁਤਾਬਕ, ਜਿੰਨਾ ਤੱਕ ਤੁਸੀਂ ਹੁਣ ਸਟੱਡੀ ਕੀਤਾ? ਇਹਦੇ ਵਿੱਚ ਮੇਨ ਜੋ ਅੱਜ ਤੱਕ ਜਿੰਨਾ ਕੋ ਡਿਸਕਸ਼ਨ ਚੱਲ ਰਹੀਆਂ ਉਹਨਾਂ ਤੋਂ ਇਹੀ ਕੋਖਿਆ ਜਾ, ਕਿਉਂਕਿ ਯੂਨੀਫਾਰਮ ਸਿਵਲ ਕੋਡ ਕੁਛ ਕੁ ਖੇਤਰਾਂ ਦੇ ਵਿੱਚ ਅੱਗੇ ਆਲਰੇਡੀ ਆਪਣੇ ਹੈਗਾ। ਕੰਟਰੈਕਟ ਐਕਟ ਆ ਉਹ ਸਾਰਿਆਂ ਤੇ ਐਪਲੀਕੇਬਲ ਆ। ਇੰਡੀਅਨ ਪੀਨਲ ਕੋਡ ਆ ਉਹ ਸਾਰਿਆਂ ਤੇ ਐਪਲੀਕੇਬਲ ਆ। ਮੁਸਲਿਮਸ ਤੇ ਵੀ, ਹਿੰਦੂਆਂ ਤੇ ਵੀ, ਜੈਨੀਜ਼ ਜੋ ਵੀ ਨੇ ਸਾਰੇ ਬਸ਼ਿੰਦੇ ਹਿੰਦੁਸਤਾਨ ਦੇ ਉਹਨਾਂ ਤੇ ਲਾਗੂ ਹੈਗੀ ਹੈ। ਇਸ ਤੋਂ ਇਲਾਵਾ ਹੋਰ ਕਈ ਐਕਟ, ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਸਾਰਿਆਂ ਤੇ ਲਾਗੂ ਹੁੰਦਾ ਹੈ। ਹੁਣ ਕਨਸਟੀਟਿਊਸ਼ਨ ਜਿਹੜਾ ਹੈਗਾ ਦੈਟ ਇਜ਼ ਦੀ ਮੇਨ ਗ੍ਰੈਂਡ ਨੋਰਮ। ਜਿਹੜੇ ਕੋਈ ਵੀ ਹੋਰ ਕਾਨੂੰਨ ਦੇਸ਼ ਦਾ ਉਹਨੂੰ ਉਹਦੇ ਤੇ ਦੇਖਿਆ ਜਾਂਦਾ ਕਿ ਸੰਵਿਧਾਨਕ ਹੈਗਾ ਕਿ ਨਹੀਂ, ਸੰਵਿਧਾਨ ਦੀਆਂ ਨੋਰਮਸ ਨੇ ਜਿਹੜੀਆਂ ਉਹਨਾਂ ਨੂੰ ਫੋਲੋ ਕਰਦਾ ਕਿ ਨਹੀਂ। ਜੇ ਉਹ ਸਹੀ ਉਹਨਾਂ ਦੇ ਮਾਪਦੰਡਾਂ ਦੇ ਅਨੁਸਾਰ ਹੈਗਾ ਕਨਸਟੀਟਿਊਸ਼ਨਲ ਵੈਲਿਊਜ਼ ਦੇ, ਫਿਰ ਉਹਨੂੰ ਸਹੀ ਕਿਹਾ ਜਾਂਦਾ, ਨਹੀਂ ਤਾਂ ਗੈਰ ਕਾਨੂੰਨੀ ਹੁੰਦਾ। ਹੁਣ ਸੁਪਰੀਮ ਕੋਰਟ ਨੇ ਟਾਈਮ ਟੂ ਟਾਈਮ ਇਸ ਤਰ੍ਹਾਂ ਦੇ ਕਈ ਫੈਸਲੇ ਦਿੱਤੇ ਨੇ ਜਿਹੜੇ ਕਿ ਰਾਈਟ ਟੂ ਐਜੂਕੇਸ਼ਨ ਦਾ ਕਹਿ ਰਹੇ ਆਪਾਂ 5ਵੀਂ ਤੱਕ ਦਾ ਰਾਈਟ, ਹੁਣ ਦੂਸਰਾ ਉਹਨੂੰ ਅਮੈਂਡਮੈਂਟ ਕਰਕੇ ਪਾਰਲੀਮੈਂਟ ਨੇ, ਜਦ ਕਿ ਦੈਟ ਵਾਸ ਦੀ ਪ੍ਰੋਵੀਜ਼ਨ ਕੰਟੇਨਡ ਇਨ ਦੀ ਡਾਇਰੈਕਟਿਵ ਪ੍ਰਿੰਸੀਪਲਸ। ਉਹ ਡਾਇਰੈਕਟਿਵ ਪ੍ਰਿੰਸੀਪਲ ਪਾਰਟ 4 ਦੇ ਵਿੱਚ ਸੀਗੀ, ਜਦ ਕਿ ਕੋਰਟ ਦੇ ਵਿੱਚ ਲਾਗੂ ਨਹੀਂ ਸੀ ਕੀਤਾ ਜਾ ਸਕਦਾ ਉਹਨੂੰ। ਪਰ ਆਰਟੀਕਲ 21 ਨੂੰ ਜੋ ਆਪਾਂ ਨੂੰ ਜਿਉਣ ਦਾ ਹੱਕ ਦਿੰਦਾ, ਰਾਈਟ ਟੂ ਲਾਈਫ ਹੈ, ਉਹਨੂੰ ਐਕਸਪੈਂਡ ਕਰਦਿਆਂ ਹੋਇਆਂ, ਇਹਦੇ ਨਾਲ ਪੜ੍ਹਦਿਆਂ ਹੋਇਆਂ ਜਿਹੜੀਆਂ ਪ੍ਰੋਵੀਜ਼ਨਸ ਡਾਇਰੈਕਟਿਵ ਪ੍ਰਿੰਸੀਪਲਸ ਦੀਆਂ ਸੀ, ਉਹਦੇ ਅਨੁਸਾਰ ਉਹਨਾਂ ਨੇ ਇਹਨੂੰ ਰਾਈਟ ਡਿਕਲੇਅਰ ਕਰ ਦਿੱਤਾ। ਤੇ ਆਖਿਰਕਾਰ ਸਰਕਾਰ ਨੇ ਅਮੈਂਡਮੈਂਟ ਕਰਕੇ ਕਨਸਟੀਟਿਊਸ਼ਨ ਦੇ ਵਿੱਚ ਸੁਪਰੀਮ ਕੋਰਟ ਦੇ ਡਿਸੀਜਨ ਤੋਂ ਬਾਅਦ ਦੇ ਵਿੱਚ ਉਹਨੂੰ ਰਾਈਟ ਟੂ ਐਜੂਕੇਸ਼ਨ ਬਣਾ ਲਿਆ ਹੈ। ਇਸੇ ਤਰ੍ਹਾਂ ਹੀ ਪੋਜੀਸ਼ਨ ਯੂਨੀਫਾਰਮ ਸਿਵਲ ਕੋਡ ਦੀ ਹੈ। ਉਦੋਂ ਦੇਸ਼ ਦੇ ਹਾਲਾਤ ਕੋਈ ਐਡੇ ਜ਼ਿਆਦਾ ਸਾਰਥਕ ਨਹੀਂ ਸੀਗੇ, ਮਾਹੌਲ ਉਵੇਂ ਦਾ ਸੀ, ਟੈਨਸ਼ਨ ਵਾਲਾ ਸੀਗਾ, ਕੋਈ ਇੰਨਾ ਲੋਕਾਂ ਦੇ ਵਿੱਚ ਇੱਕ ਭੈ ਦਾ ਮਾਹੌਲ ਸੀਗਾ। ਇਸ ਲਈ ਉਦੋਂ ਦੇ ਜਿਹੜੇ ਕਾਨੂੰਨੀ ਮਾਹਰ ਸੀਗੇ ਉਹਨਾਂ ਨੇ ਇਹੀ ਸਮਝਿਆ ਕਿ ਇਹਨੂੰ ਪਾਰਟ 4 ਦੇ ਵਿੱਚ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਰੱਖ ਦਿੱਤਾ ਜਾਵੇ ਯੂਨੀਫਾਰਮ ਸਿਵਲ ਕੋਡ ਨੂੰ, ਨਾ ਕਿ ਇਹਨੂੰ ਪਾਰਟ 3 ਦੇ ਵਿੱਚ ਰੱਖਿਆ ਜਾਵੇ ਫੰਡਾਮੈਂਟਲ ਰਾਈਟਸ ਦੇ ਨਾਲ। ਤੇ ਇਹਨੂੰ ਕਿਉਂਕਿ ਇਹ ਉਦੋਂ ਦੇਸ਼ ਦੇ ਹਾਲਾਤਾਂ ਦੇ ਮੁਤਾਬਕ ਇਹਨੂੰ ਪਾਰਟ 4 ਦੇ ਵਿੱਚ ਹੀ ਰੱਖਣਾ ਸਹੀ ਵੀ ਸੀਗਾ। ਮੇਰਾ ਸਵਾਲ ਇਹ ਹੈ ਕਿ ਉਹਦੇ ਵਿੱਚ ਜੋ ਸਾਂਝਾ ਸਿਵਲ ਕੋਡ ਹੈ ਉਹ 'ਚ ਕਿਹੜੀਆਂ ਚੀਜ਼ਾਂ ਆਉਣਗੀਆਂ? ਇਹਦੇ ਵਿੱਚ ਮੇਨ ਜੋ ਡਿਸਕਸ਼ਨ ਚੱਲ ਰਹੀਆਂ ਜੀ ਉਹ ਮੈਰਿਜ ਤੇ, ਉਸ ਤੋਂ ਬਾਅਦ ਅਡਾਪਸ਼ਨ। ਮਤਲਬ ਮੈਰਿਜ ਵੀ ਬੰਦਾ ਇੱਕੋ ਕਰਾ ਸਕਦਾ, ਸਾਰਾ ਬੰਦਾ ਕਰਾ ਸਕਦਾ। ਉਹ ਤਾਂ ਅੱਗੇ ਇਹ ਤਾਂ ਮੈਂ ਤਾਂ ਬਣਾ ਨਹੀਂ ਰਿਹਾ ਜੀ ਯੂਨੀਫਾਰਮ ਸਿਵਲ ਕੋਡ, ਪਰ ਜੋ ਹੋਣਾ ਚਾਹੀਦਾ ਆਪਾਂ ਕਹਿ ਸਕਦੇ ਹਾਂ ਸੁਭਾਵਨਾ, ਜੋ ਹੋਏਗਾ, ਜੋ ਲੱਗਦਾ ਕਿ ਆਹ ਹੋਏਗਾ ਸੰਭਾਵਨਾਵਾਂ ਦੇ ਅਨੁਸਾਰ। ਕਿਉਂਕਿ ਜੇ ਔਰਤ ਇੱਕ ਮੈਰਿਜ ਕਰਵਾ ਸਕਦੀ ਹੈ, ਆਦਮੀ ਦਾ ਵੀ ਇੱਕ ਦਾ ਹੀ ਮੰਨਿਆ ਜਾਂਦਾ, ਕਿਉਂਕਿ ਰਾਈਟ ਟੂ ਇਕੁਐਲਿਟੀ ਆ। ਆਰਟੀਕਲ 14 ਆ ਜਿਹੜਾ, ਉਹ ਕੋਈ ਵੀ ਜਿਹੜਾ ਐਕਟ ਹੈ ਜੋ ਦੂਸਰਾ ਜਿਹੜਾ ਆਰਬਿਟਰੀ ਹੈ, ਗਲਤ ਹੈ, ਉਹਨੂੰ ਦੂਸਰਾ ਨਲ ਐਂਡ ਵੋਇਡ ਡਿਕਲੇਅਰ ਕਰਦੀ ਹੈ ਕੋਰਟ ਵੀ। ਇੱਕ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਪੋਸੀਬਿਲਿਟੀ ਹੈ ਕਿ ਜਿਹੜੇ ਬੰਦੇ 2-2 3-3 ਵਿਆਹ ਕਰਾਉਂਦੇ ਆ ਉਹਨਾਂ ਤੇ ਰੋਕ ਲੱਗ ਸਕਦੀ ਹੈ। ਇੱਕ ਵਿਆਹ ਦਾ ਸਾਰਿਆਂ ਨੂੰ ਅਧਿਕਾਰ ਹੋਏਗਾ, ਚਾਹੇ ਬੰਦਾ ਚਾਹੇ ਜਨਾਨੀਆਂ। ਅਗਲਾ ਕਿਹੜਾ ਹੈਗਾ ਅਡਾਪਸ਼ਨ ਦਾ, ਤੁਸੀਂ ਕਹਿ ਰਹੇ ਸੀ? ਅਡਾਪਸ਼ਨ ਦਾ ਹੈਗਾ ਜੀ। ਉਸ ਤੋਂ ਬਾਅਦ ਸਕਸੈਸ਼ਨ ਦਾ। ਉਹ 'ਚ ਕੀ ਆ ਜਾਂਦਾ? ਅਡਾਪਸ਼ਨ ਦੇ ਵਿੱਚ ਇੱਕ ਬੱਚੇ ਨੂੰ ਅਡਾਪਟ ਕਰਨਾ, ਜਿਹੜਾ ਉਹਦੇ ਲਈ ਇੱਕ ਪ੍ਰੋਸੀਜਰ ਲਾਗੂ ਕਰਦੇ, ਉਹ ਤਾਂ ਉਹਨਾਂ ਨੇ ਇੱਕ ਪਹਿਲੀ ਡੀਸੀ ਲੈਵਲ ਤੇ ਹੈਗਾ ਬਣਿਆ ਹੋਇਆ, ਉਹਨੂੰ ਸੌਖਾ ਕਰ ਦੇਣਗੇ। ਅਜੇ ਇਹਦੇ ਵਿੱਚ ਡਿਸਕਸ਼ਨ ਦੇ ਵਿੱਚ ਇਹ ਆ ਜਾਂਦੇ ਆ, ਅੱਗੇ ਕਰਦੇ ਨੇ ਉਹ ਜਾਂ ਨਹੀਂ ਕਰਦੇ, ਕਿਸ ਤਰ੍ਹਾਂ ਕਰਨਾ। ਮੈਂ ਇਹ ਕਹਿੰਦਾ ਕਿ ਜੋ ਖਦਸ਼ੇ ਕਿਸੇ ਨੂੰ ਵੀ ਹੈਗੇ ਨੇ ਅਡਾਪਸ਼ਨ ਦੇ ਰਿਗਾਰਡਿੰਗ ਜਾਂ ਕਿਸੇ ਤਰ੍ਹਾਂ ਦੇ ਵੀ, ਕੋਈ ਵੀ ਜਿਹੜੇ ਉਹ ਟੌਪਿਕ ਤੁਹਾਨੂੰ ਜੋ ਤੁਹਾਡੇ ਦਿਮਾਗ 'ਚ ਆਉਂਦੇ, ਉਹ ਵੀ ਜਿਹੜੇ ਨਹੀਂ ਕੋਈ ਟੌਪਿਕ ਡਿਸਕਸ਼ਨ ਦੇ ਵਿੱਚ ਆ ਰਹੇ, ਉਹ ਵੀ ਜਿਹੜੀਆਂ ਕਮੇਟੀਜ਼ ਕਨਸਟੀਟਿਊਟ ਹੋਈਆਂ ਨੇ, ਉਹਨਾਂ ਨੂੰ ਤੁਸੀਂ ਕੋਈ ਵੀ ਕਮਿਊਨਿਟੀ ਹੈ ਜਿਹੜੀ, ਕੋਈ ਸਮਾਜ ਹੈ ਜਿਹਨੂੰ ਲੱਗਦਾ ਕਿ ਇਸ ਕਰਕੇ ਯੂਨੀਫਾਰਮ ਸਿਵਲ ਕੋਡ ਨਹੀਂ ਹੋਣਾ ਚਾਹੀਦਾ, ਜਿਹੜੇ ਕਹਿੰਦੇ ਨੇ ਕਿ ਯੂਨੀਫਾਰਮ ਸਿਵਲ ਕੋਡ ਇਸ ਕਰਕੇ ਹੋਣਾ ਚਾਹੀਦਾ, ਉਹ ਸਾਰੇ ਆਪਦੇ ਪੁਆਇੰਟ ਆਫ ਵਿਊ ਨੇ ਜਿਹੜੇ ਕਮੇਟੀਆਂ ਕਨਸਟੀਟਿਊਟ ਹੋ ਰਹੀਆਂ, ਸੈਂਟਰ ਗਵਰਨਮੈਂਟ ਦੀਆਂ ਹੋ ਰਹੀਆਂ, ਉਹਨਾਂ ਦੇ ਅੱਗੇ ਰੱਖਣ। ਉਹ ਅੱਗੇ ਕੀ ਨਹੀਂ, ਆਪਾਂ ਕਹਿ ਸਕਦੇ ਹਾਂ ਹਜੇ ਇੱਕ ਪ੍ਰੋਸੈਸ ਚੱਲਿਆ, ਜੋ ਸਾਂਝਾ ਸਿਵਲ ਕੋਡ ਲਾਗੂ ਹੋਏਗਾ ਇਹਦੇ ਸਾਰੇ ਪੱਖ ਦੇਖੇ ਜਾਣਗੇ, ਉਸ ਤੋਂ ਬਾਅਦ ਹੀ ਡਿਸੀਜਨ ਲੈ ਜਾਣਗੇ। ਤੇ ਹੋਰ ਸੌਖੇ ਸ਼ਬਦਾਂ 'ਚ ਤੁਸੀਂ ਸਮਝਾਓ ਕਿ ਕਿਹੜੀਆਂ ਗੱਲਾਂ ਆਉਣ ਦੀ ਸੰਭਾਵਨਾ। ਆਪਾਂ ਸੰਭਾਵਨਾ ਦੀ ਗੱਲ ਕਰਦੇ ਹਾਂ, ਆਪਾਂ ਇਹ ਨਹੀਂ ਕੰਪਲਸਰੀ ਨਹੀਂ ਕਹਿ ਰਹੇ ਕਿ ਆਉਣਗੀਆਂ ਹੀ। ਹੋਰ ਕਿਹੜੇ ਮੁੱਦੇ ਆ ਸਕਦੇ? ਕਹਿ ਚੁੱਕਾ ਹਾਂ ਆਲਰੇਡੀ। ਮੈਰਿਜ ਦਾ ਹੋਏਗਾ, ਇਹਦੇ ਵਿੱਚ ਹੋ ਸਕਦਾ। ਦੈਨ ਮੇਨਟੇਨੈਂਸ ਦਾ, ਕਿ ਖਰਚਾ ਭੱਤਾ ਕਿਵੇਂ ਜਿਹੜੀਆਂ ਔਰਤਾਂ ਨੇ ਜਾਂ ਬੱਚੇ ਨੇ ਉਹਨਾਂ ਦੇ ਕਿਸ ਤਰ੍ਹਾਂ ਮਿਲਣਾ, ਕਿਸੇ ਨੂੰ ਕਿਸ ਤਰੀਕੇ ਨਾਲ ਵੀ ਮਿਲਣਾ, ਮੇਨਟੇਨੈਂਸ ਹੋ ਸਕਦਾ ਉਹਦੇ ਵਿੱਚ। ਦੈਨ ਸਕਸੈਸ਼ਨ ਹੋ ਸਕਦਾ ਕਿ ਕਿਸ ਸਕਸੈਸ਼ਨ ਵਿਰਾਸਤ ਕਿਵੇਂ ਆਉਣੀ ਹੈ, ਤੁਹਾਨੂੰ ਕਿਸ ਤਰ੍ਹਾਂ ਅੱਗੇ ਜਿਹੜਾ ਦੂਸਰਾ ਤੁਹਾਡੇ ਹਿੱਸਾ ਆਉਣਾ ਉਹ ਕਿਸ ਤਰ੍ਹਾਂ ਆਉਣਾ, ਜ਼ਮੀਨਾਂ ਰਾਈਟ ਟੂ ਪ੍ਰੋਪਰਟੀ ਕਿਸ ਤਰ੍ਹਾਂ ਚੱਲਣੇ ਨੇ। ਦੈਨ ਇਹਦੇ ਵਿੱਚ ਹੀ ਇਨਹੈਰੀਟੈਂਸ ਆ ਜਾਂਦਾ ਕਿ ਤੁਹਾਡਾ ਕਿਸ ਤਰ੍ਹਾਂ ਅੱਗੇ ਲਾਈਨ ਚੱਲੇਗੀ, ਕਿਸ ਤਰ੍ਹਾਂ ਤੁਹਾਡੇ ਜਿਹੜੇ ਰਾਈਟ ਨੇ ਉਹ ਦੂਸਰੇ ਤੁਹਾਡੇ ਬੱਚਿਆਂ ਦੇ ਡਿਸੈਂਡ ਅਪਾਉਣ ਹੋਣੇ ਨੇ, ਕਿਸ ਤਰ੍ਹਾਂ ਜਾਣਾ।
ਇਸ ਕਰਕੇ ਇਸ ਤਰ੍ਹਾਂ ਦੀਆਂ ਹੀ ਜਿਹੜੀਆਂ ਮੇਨਲੀ ਪਰਿਵਾਰਕ ਮਸਲਿਆਂ ਨਾਲ ਜਿਹੜੀਆਂ ਚੀਜ਼ਾਂ ਜੁੜਦੀਆਂ ਹੋਣਗੀਆਂ ਨਵੀਂ ਸਮਾਜਿਕ ਆਪਾਂ ਕਹਿ ਸਕਦੇ ਹਾਂ, ਪਰਿਵਾਰਕ ਜਾਂ ਸਮਾਜਿਕ ਵੀ ਕਹਿ ਸਕਦੇ ਹਾਂ, ਸਮਾਜਿਕ ਤਾਂ ਨੈਚੁਰਲੀ ਪਰਿਵਾਰਾਂ ਤੋਂ ਸਮਾਜ ਬਣਦਾ। ਇੱਕ ਇਹ ਦੱਸੋ ਸ਼ਰਮਾ ਜੀ, ਜਦੋਂ ਸਤੀ ਪ੍ਰਥਾ ਇੰਡੀਆ 'ਚ ਚੱਲਦੀ ਸੀ ਉਹ ਕਿਵੇਂ ਬੰਦ ਹੋਈ ਸੀ? ਕਿਉਂਕਿ ਉਦੋਂ ਵੀ ਬਹੁਤ ਸਾਰਾ ਰੌਲਾ ਰੱਪਾ ਪਿਆ ਸੀ ਕਿ ਸਾਡੀ ਇਹ ਸਦੀਆਂ ਤੋਂ ਚੱਲੀ ਆਉਂਦੀ ਰੀਤ ਹੈ, ਬੰਦ ਨਹੀਂ ਹੋਣੀ ਚਾਹੀਦੀ, ਧਰਮ ਨਾਲ ਜੋੜ ਕੇ ਲੋਕ ਦੇਖਦੇ ਸੀ। ਸਰ ਜਦੋਂ ਬ੍ਰਿਟਿਸ਼ ਰਾਜ ਸੀਗਾ, ਪੁਰਾਣਾ ਆਪਣਾ ਸਿਸਟਮ ਚੱਲਿਆ ਆਉਂਦਾ ਸੀਗਾ ਕਿ ਸਤੀ ਔਰਤਾਂ ਨੂੰ ਮਰਦ ਦੇ ਮਰਨ ਤੋਂ ਬਾਅਦ ਦੇ ਪਤੀ ਦੇ ਚਿਤਾ 'ਚ ਜਲ ਕੇ ਸੁਆਹ ਹੋ ਜਾਂਦੀ ਜਲ ਜਾਂਦੀਆਂ ਸੀਗੀਆਂ। ਉਹ ਚਲੋ ਆਪਣੇ ਕਈ ਸਮਾਜ ਸੁਧਾਰਕ ਸੀਗੇ, ਉਹਨਾਂ ਦੇ ਯੁੱਗ ਜਿਨ੍ਹਾਂ 'ਚ ਰਾਜਾ ਰਾਮ ਮੋਹਨ ਰਾਏ ਜੀ ਦਾ ਨਾਮ ਲਿਆ ਜਾਂਦਾ, ਵਿਲੀਅਮ ਬੈਂਟਿੰਗ ਵਰਗੇ ਥੋੜ੍ਹੇ ਜਿਹੇ ਅੱਛੇ ਲੈਵਲ ਦੇ ਜਿਹੜੇ ਦਾਰਸ਼ਨਿਕ ਲਾ ਲਵੋ, ਇੱਕ ਰੂਲਰ ਵੀ ਸੀਗੇ, ਉਹਨਾਂ ਦਾ ਸੀ ਕਿ ਆਖਿਰਕਾਰ ਉਦੋਂ ਜਦੋਂ ਸਤੀ ਪ੍ਰਥਾ ਉਹਨਾਂ ਨੇ ਅਗੇਂਸਟ ਦੀ ਮੈਂਡੇਟ ਆਫ ਦੀ ਰਿਲੀਜੀਅਸ ਪਰਸਨਸ, ਕਿ ਜਦੋਂ ਕਿ ਇੱਕ ਧਾਰਮਿਕ ਤੁਹਾਨੂੰ ਉਹਨੂੰ ਤਾਂ ਮਿਲੀ ਹੋਈ ਸੀ ਨਾ ਪ੍ਰੋਵੀਜ਼ਨ ਕਿ ਆ ਬਸ ਠੀਕ ਹੈ ਜੀ ਇਹਨੂੰ ਸਤੀ ਹੋਣਾ ਹੀ ਪਏਗਾ, ਉਦੋਂ ਕੋਈ ਜਿਹੜੇ ਹੈਗੇ ਸੀਗੇ ਇਹ ਵੀ ਹੋਇਆ ਸੀ ਕਿ ਜੇ ਔਰਤ ਨਹੀਂ ਵੀ ਸਤੀ ਹੋਣਾ ਚਾਹੁੰਦੀ ਸੀ ਧੱਕੇ ਨਾਲ ਉਹਨੂੰ ਚਿਤਾ 'ਚ ਵੀ ਸਿੱਟ ਦਿੰਦੇ ਸੀ। ਬਿਲਕੁਲ ਜੀ, ਬਾਅਦ ਦੇ ਵਿੱਚ ਕਈ ਇਸ ਤਰ੍ਹਾਂ ਦੇ ਇਨਸੀਡੈਂਟ ਹੋਏ ਨੇ, ਈਵਨ ਆਫਟਰ ਐਵੋਲੂਸ਼ਨ ਆਫ ਸਤੀ ਕਈ ਔਰਤਾਂ ਹੋਈਆਂ 25 ਸਾਲ ਪੁਰਾਣੀਆਂ ਵੀ ਗੱਲਾਂ ਆਪਾਂ ਸੁਣੀਆਂ ਨੇ, ਹੈ ਕਈ ਕੁਝ। ਆਖਿਰਕਾਰ ਉਹਦੇ ਵਿੱਚ ਇਹੀ ਹੋਇਆ ਜੀ ਕਿ ਉਹਨਾਂ, ਕਿਉਂਕਿ ਇਟ ਵਾਜ਼ ਅਗੇਂਸਟ ਪਬਲਿਕ ਪਾਲਿਸੀ ਕਿ ਕਾਹਦੇ ਲਈ ਇੱਕ ਜਿਉਂਦਾ ਜਾਗਦਾ ਇਨਸਾਨ ਉਹਨੂੰ ਮਾਰ ਦਿਓ, ਇਸ ਕਿ ਉਹਦਾ ਹਸਬੈਂਡ ਮਰ ਚੁੱਕਾ ਉਹਦੇ ਨਾਲ ਉਹਨੂੰ ਜਿਉਂਦੀ ਨੂੰ ਸਾੜ ਦਿਓ। ਇੱਕ ਤੁਸੀਂ ਆਮ ਇਨਸਾਨ ਇੱਕ ਕਾਮਨਰ ਬਣ ਕੇ ਸੋਚੋ ਜੀ ਕਿ ਦੂਸਰਾ ਕਿੰਨਾ ਗਲਤ ਲੱਗਦਾ ਜੇ ਉਹਦੀ ਜਗ੍ਹਾ ਤੇ ਕਿਸੇ ਮਰਦ ਨੂੰ ਇਵੇਂ ਕਰਨਾ ਪੈ ਜਾਂਦਾ, ਤੇ ਕਿੰਨਾ ਤਰਾਸਦੀਯੋਗ ਲੱਗਦੀ ਪੋਜੀਸ਼ਨ ਕਿ ਇਨਸਾਨ ਦਾ ਕੋਈ ਕਸੂਰ ਨਹੀਂ ਹੈਗਾ, ਉਹਦੀ ਮੌਤ ਦੇ ਵਿੱਚ ਵੀ ਨਹੀਂ ਕਸੂਰ ਹੈਗਾ, ਤੇ ਤਦ ਵੀ ਤੁਸੀਂ ਉਹਨੂੰ ਚੱਕ ਕੇ ਚਿਤਾ 'ਤੇ ਬਿਠਾ ਦਿਓ ਉਹਦੇ। ਇਹ ਇਸ ਕਰਕੇ ਜਿਹੜੀਆਂ ਇਸ ਤਰ੍ਹਾਂ ਦੀ ਕੋਈ ਹੁੰਦੀਆਂ ਨੇ, ਕੋਈ ਬੜੀਆਂ ਲੀਥਲ ਪ੍ਰੈਕਟਿਸਿਸ ਹੁੰਦੀਆਂ, ਉਹ ਤੁਹਾਨੂੰ ਅਬੋਲਿਸ਼ ਕਰਨੀਆਂ ਪੈਂਦੀਆਂ। ਸਿਰਫ ਇਹ ਫਰਕ ਪੈਂਦਾ ਕਿ ਜਿਹੜੇ ਦੂਸਰਾ ਰਿਲੀਜੀਅਸ ਪਰਸਨ ਹੁੰਦੇ ਨੇ, ਕਈ ਜਿਹੜੇ ਆਪਦੇ ਆਪ ਨੂੰ ਕਲੇਮ ਸੂਡੋ ਜਿਹੜੇ ਲੀਡਰ ਹੁੰਦੇ ਆ ਰਿਲੀਜੀਅਸ ਲੀਡਰ, ਉਹ ਉਦੋਂ ਆਪਦਾ ਚੌਧਰਲੀ ਉਹਦੇ ਲਈ ਰੌਲਾ ਪਾਉਂਦੇ ਨੇ, ਜਾਂ ਦੂਸਰਾ ਉਹਨਾਂ ਦੀਆਂ ਹੋ ਸਕਦਾ ਰਿਫਾਈਨਡ ਉਹਨਾਂ ਦੀ ਕਨਵਿਕਸ਼ਨ ਵੀ ਉਹਨਾਂ ਦੀ ਕਨਵਿਕਸ਼ਨ ਉਵੇਂ ਦੀ ਬਣ ਚੁੱਕੀ ਹੁੰਦੀ ਹੈ ਕਿ ਨਹੀਂ ਇਹ ਜੋ ਚੱਲ ਰਿਹਾ ਸਿਸਟਮ ਇਹ ਸਹੀ ਆ ਬਿਲਕੁਲ, ਪਰ ਆਖਿਰਕਾਰ ਉਹ ਜਿਹੜੇ ਹਿਊਮਨ ਹੈ, ਇੱਕ ਜਿਹੜਾ ਹਿਊਮਨ ਬੀਇੰਗ ਆ, ਕਿਸੇ ਇਨਸਾਨ ਨੂੰ ਕਿਉਂ ਹਿਊਮਨ ਕਹਿੰਦੇ ਆ? ਕਿਉਂਕਿ ਉਹਦੇ ਵਿੱਚ ਰਾਈਟਸ ਨੇ ਉਹਦੇ ਕੋਲ, ਅਦਰਵਾਈਜ਼ ਇਨਸਾਨ ਦੇ ਦੂਸਰਾ ਜਾਨਵਰਾਂ ਦੇ ਵਿੱਚ ਕੋਈ ਫਰਕ ਨਾ ਹੋਵੇ। ਬਿਲਕੁਲ। ਹੁਣ ਅਗਲੇ ਸਵਾਲ ਤਿੰਨ ਨੁਕਤੇ ਜੋ ਮੈਨੂੰ ਲੱਗਦੇ ਆ, ਇੱਕ ਇਹ ਕਿ ਕੁਝ ਮੰਦਰਾਂ ਦੇ ਵਿੱਚ ਦਲਿਤ ਔਰਤਾਂ ਨੂੰ ਜਾਣ ਦੀ ਮਨਾਹੀ ਹੈ, ਕਿ ਉਹਨਾਂ ਨੂੰ ਵੀ ਉਹਨਾਂ ਮੰਦਰਾਂ 'ਚ ਜਾਣ ਦਾ ਹੱਕ ਹੋਏਗਾ? ਕਿਉਂ ਜੇ ਉਹਦੀ ਇੱਛਾ ਫਿਰ ਹੋਰ ਜਾ ਸਕਦੇ, ਉਹ ਕਿਉਂ? ਅਗਲਾ ਇਹ ਹੁੰਦਾ ਕਿ ਜਿਸ ਤਰ੍ਹਾਂ ਛੋਟੇ ਬੱਚਿਆਂ ਦੀ ਬਲੀ ਲੈ ਲੈਂਦੇ, ਜੰਤਰ ਤੰਤਰ ਵਾਲੇ ਜਿਹੜੇ ਹੈਗੇ ਆ, ਜੋ ਸਾਧ ਜਿਹੜੇ ਹੁੰਦੇ ਜਿਹਨੂੰ ਆਪਾਂ ਬੂਬਨੇ ਵੀ ਕਹਿ ਦਿੰਦੇ ਆ, ਉਹ ਬਲੀ ਦਾ ਕਹਿੰਦੇ ਬਲੀ ਦੇ ਦਿਓ ਤੁਹਾਡਾ ਘਰ ਸੁੱਖ ਹੋ ਜਾਏਗਾ। ਐਵੇਂ ਦੇ ਬਹੁਤ ਸਾਰੇ ਮਸਲੇ ਨੇ, ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਜੋ ਕੌਮ ਜਿਹੜਾ ਹੈਗਾ ਸਾਂਝਾ ਸਿਵਲ ਕੋਡ ਆ, ਇਹ 'ਚ ਆ ਸਕਦੇ ਆ। ਇਹ ਜਿਹੜੇ ਖੋਖਰ ਸਾਹਿਬ ਤੁਸੀਂ ਦੋ ਸਵਾਲ ਕੀਤੇ ਨੇ, ਇੱਕ ਜਿਹੜਾ ਦੂਸਰੇ ਕਿਸੇ ਮੰਦਿਰ ਦੇ ਵਿੱਚ ਐਂਟਰੀ ਨਹੀਂ ਹੁੰਦੀ, ਦੈਟ ਇਜ਼ ਅਨਟੱਚੇਬਿਲਟੀ, ਉਹ ਦੂਸਰਾ ਉਹ ਅਬੋਲਿਸ਼ ਹੋ ਚੁੱਕੀ ਹੈ। ਜੇ ਕੁਛ ਇਸ ਤਰ੍ਹਾਂ ਦਾ ਕਿਸੇ ਦੇ ਨਾਲ ਹੁੰਦਾ, ਕਿਸੇ ਮੰਦਿਰ ਦੇ ਵਿੱਚ ਹੁੰਦਾ ਜਾਂ ਹੁੰਦਾ, ਉਹ ਕਾਨੂੰਨੀ ਜਿਹੜੀ ਹੈਗੀ ਮਸ਼ੀਨਰੀ ਉਹਦੀ ਵਰਤੋਂ ਕਰਕੇ ਬੰਦੇ ਉਹ ਆਪਦਾ ਰਾਈਟ ਲੈ ਸਕਦੇ ਨੇ। ਇਹ ਜਿਹੜੇ ਇੱਕ ਆਪਾਂ ਕਹਿ ਦਿੱਤਾ ਕਿ ਆਹ ਕਾਨੂੰਨ ਬਣ ਗਿਆ, ਪ੍ਰੈਕਟਿਸ ਅਜੇ ਵੀ ਹੈ, ਪਰ ਉਹਦੇ ਲਈ ਆਵਾਜ਼ ਉਠਾਓ, ਕੋਰਟ ਨੂੰ ਅਪਰੋਚ ਕਰੋ, ਕੋਰਟ ਨੈਸੈਸਰੀ ਸਟੈਪਸ ਲਏਗੀ, ਉਹਦੇ 'ਚ ਉਹਨੂੰ ਲਾਗੂ ਕਰਾਏਗੀ ਕਾਨੂੰਨ ਨੂੰ। ਇਸ ਤਰ੍ਹਾਂ ਦੇ ਕੋਈ ਆਪਾਂ ਮਨਾਰਕੀ ਜਾਦੂ ਟੂਣੇ ਵਾਲਾ ਹਜੇ ਵੀ ਸਿਸਟਮ ਚੱਲਦਾ, ਇਹਦੇ ਬਾਰੇ ਕੀ ਕਹਿਣਾ? ਇਹਦੇ ਵਿੱਚ ਵੀ ਸੇਮ ਹੈ ਜੀ, ਇਹ ਜਿਹੜਾ ਕੋਈ ਦੂਸਰਾ ਕਿਸੇ ਦੀ ਬਲੀ ਲੈ ਰਿਹਾ, ਕਿਸੇ ਇਨਸਾਨ ਦੀ ਬੱਚੇ ਦੀ ਲੈ ਰਿਹਾ, ਉਹ ਦੈਟ ਅਮਾਊਂਟਸ ਟੂ ਮਰਡਰ। ਉਹਦੇ ਵਿੱਚ ਉਹ ਜਿਹੜਾ ਬੰਦਾ ਇਸ ਤਰ੍ਹਾਂ ਦਾ ਕਿਸੇ ਨੂੰ ਮਜਬੂਰ ਕਰ ਰਿਹਾ, ਉਹ ਅਬੈਟਮੈਂਟ ਟੂ ਕਮਿਟ ਅਬੈਟਮੈਂਟ ਟੂ ਮਰਡਰ ਜਾਂ ਆਲਰੇਡੀ ਹੈਗੇ ਨੇ ਜੀ। ਉਹਦੇ ਤਾਂ ਸਿਰਫ ਇੱਕ ਇਗਨੋਰੈਂਸ ਹੈ ਲੋਕਾਂ ਦੀ, ਲੋਕਾਂ ਨੂੰ ਹੀ ਜਾਗਰੂਕ ਹੋਣਾ ਪੈਣਾ ਉਹਦੇ ਲਈ। ਕਿ ਆ ਥੋੜ੍ਹਾ ਜਿਹੜੇ ਦਿਸ਼ਾ ਨਿਰਦੇਸ਼ ਨੇ, ਕਹਿੰਦੇ ਸਾਇੰਟੀਫਿਕ ਟੈਂਪਰਾਮੈਂਟ ਦੀ ਵੀ ਗੱਲ ਕਰਦੇ ਨੇ। ਇਹ ਆ ਗਿਆ ਸਵਾਲ ਕਿ ਜਿਹੜੀਆਂ ਵਿਡੋਜ਼ ਔਰਤਾਂ ਨੇ, ਖਾਸ ਕਰਕੇ ਹਿੰਦੂ ਧਰਮ ਨਾਲ ਸੰਬੰਧਿਤ, ਉਹਨਾਂ ਨੂੰ ਮਥੁਰਾ ਜਾਣਾ ਪੈਂਦਾ, ਉੱਥੇ ਉਹ ਸਮਝਦੇ ਨੇ ਵੀ ਹੁਣ ਤਾਂ ਅਸੀਂ ਮਤਲਬ ਪਰਿਵਾਰ ਦੀਆਂ ਨਹੀਂ ਰਹੀਆਂ, ਸਮਾਜ ਦੀਆਂ ਨਹੀਂ ਰਹੀਆਂ, ਅਲੱਗ ਸਮਾਜ ਤੋਂ ਟੁੱਟ ਕੇ ਰਹਿ ਰਹੀਆਂ ਨੇ। ਉਹਨਾਂ ਦੇ ਪੱਖ 'ਚ ਵੀ ਐਵੇਂ ਦਾ ਕੋਈ ਡਿਸੀਜਨ ਆ ਸਕਦਾ ਕਿ ਵੀ ਨਹੀਂ, ਉਹਨਾਂ ਨੂੰ ਪਰਿਵਾਰ 'ਚ ਰੱਖਣਾ, ਪਰਿਵਾਰ ਉਹਨਾਂ ਦਾ ਆਪਣਾ ਹੈ, ਉਹਨਾਂ ਨੂੰ ਜ਼ਮੀਨ 'ਚੋਂ ਵੀ ਹਿੱਸਾ ਦਿਓ, ਜਿਵੇਂ ਤੁਸੀਂ ਕਿਹਾ ਕਿ ਹਿੱਸੇ ਵਾਲੀ ਗੱਲ ਆਏਗੀ, ਉੱਧਰ ਵੀ ਗੱਲ ਜਾ ਸਕਦੀ। ਹੁਣ ਤਾਂ ਸੀਨੀਅਰ ਸਿਟੀਜ਼ਨ ਦੀ ਮੇਨਟੇਨੈਂਸ ਲਈ, ਪੇਰੈਂਟਸ ਦੀ ਮੇਨਟੇਨੈਂਸ ਲਈ ਬੜੇ ਕਾਨੂੰਨ ਬਣ ਚੁੱਕੇ ਨੇ ਜੀ। ਆਖਿਰਕਾਰ ਜੇ ਕਿਸੇ ਦੇ ਨਾਲ ਇਸ ਤਰ੍ਹਾਂ ਦਾ ਧੱਕਾ ਹੋ ਰਿਹਾ, ਕਿਸੇ ਨੂੰ ਅਗੇਂਸਟ ਹਰ ਵਿਸ਼ਜ਼ ਘਰੋਂ ਕੱਢਿਆ ਜਾ ਰਿਹਾ, ਜਾਂ ਕੋਈ ਉਹ ਦੂਸਰੇ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਨੇ। ਇਹ ਕਹਿ ਸਕਦੇ ਆਪਾਂ ਉਵੇਂ ਦੇ ਜਿਹੜੇ ਕਾਨੂੰਨ ਨੇ ਸਖਤੀ ਨਾਲ ਲਾਗੂ ਕਰਵਾਉਣ ਵਾਸਤੇ ਵੀ ਕੋਈ ਹੋਰ ਕਾਨੂੰਨ ਬਣ ਸਕਦਾ, ਕਿਉਂਕਿ ਪਹਿਲਾਂ ਕਿਤੇ ਨਾ ਕਿਤੇ ਢਿੱਲ ਲੋਕ ਵਰਤ ਲੈਂਦੇ ਆ, ਫਾਇਦਾ ਲੈ ਲੈਂਦੇ ਆ। ਕੀ ਲੱਗਦਾ ਕਿ ਇਨਸਾਨੀਅਤ ਨਾਤੇ ਤੁਹਾਨੂੰ ਲੱਗਦਾ ਕਿ ਸੋਚਣਾ ਚਾਹੀਦਾ ਕਿਸੇ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਨਾ ਹੋਵੇ? ਇਹ ਕਾਨੂੰਨ ਤਾਂ ਆਲਰੇਡੀ ਇਸ ਤਰ੍ਹਾਂ ਦੇ ਜਿਹੜੇ
ਪਰਸਨਲ ਲਾਈਫ ਐਂਡ ਲਿਬਰਟੀ ਵਾਲੇ ਨੇ ਆਲਰੇਡੀ ਐਗਜ਼ਿਸਟ ਕਰਦੇ ਆ ਜੀ। ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਆ। ਅਵੇਅਰ ਮੈਨੂੰ ਲੱਗਦਾ ਲੈਕ ਆਫ ਅਵੇਅਰਨੈਸ ਜਾਂ ਰਿਲੈਕਟੈਂਸ ਟੂ ਅਪਰੋਚ ਦੀ ਕੋਰਟ ਆ। ਲੋਕਾਂ ਦੇ ਮੀਨਸ ਨਹੀਂ ਹੁੰਦੇ, ਕਈ ਵਾਰ ਆਰਥਿਕ ਤੌਰ ਤੇ ਪਛੜੇ ਹੁੰਦੇ ਆ। ਜੇ ਇੱਕ ਬੰਦਾ 65 ਸਾਲ ਦੀ ਉਮਰ ਦਾ ਹੋ ਗਿਆ, ਉਹਨੂੰ ਬੱਚੇ ਨਹੀਂਗੇ ਪੁੱਛ ਰਹੇ ਤੇ ਉਹ ਹਾਰ ਹੰਬ ਜਿਹਾ ਜਾਂਦਾ, ਉਹ ਅੱਗੇ ਲੜਨਾ ਨਹੀਂ ਚਾਹੁੰਦਾ। ਇਹਦੇ ਲਈ ਸਟੇਟ ਨੂੰ ਲੀਗਲ ਏਡ ਦਾ ਹੈਗਾ, ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਹੈਗੀ। ਲੀਗਲ ਏਡ ਦੀ ਹੈਲਪ ਲੈ ਕੇ ਜਾ ਸਕਦੇ ਨੇ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਨੇ। ਮੇਰਾ ਸਿਆਸੀ ਹੈ ਥੋੜਾ ਜਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਇਹਦੀ ਸ਼ੁਰੂਆਤ ਕੀਤੀ, ਉਹ ਬੋਲੇ ਕਿ ਦੇਖੋ ਜੀ, ਪਰਿਵਾਰ ਇੱਕੋ ਹੁੰਦਾ ਹੈ, ਇੱਕੋ ਪਰਿਵਾਰ ਦੇ ਵਿੱਚ ਦੋ ਕਾਨੂੰਨ ਕਿਉਂ ਚੱਲਣ ਜਾਂ ਕਿਸੇ ਨਾਲ ਧੱਕਾ ਕਿਉਂ ਹੋਵੇ। ਪਰਿਵਾਰ ਦੀ ਜਦੋਂ ਗੱਲ ਕੀਤੀ, ਉਦੋਂ ਥੋੜਾ ਲੋਕਾਂ ਦਾ ਮੱਥਾ ਠਣਕਿਆ ਵੀ ਗੱਲ ਕਿੱਥੇ ਕਹਿ ਰਹੇ ਨੇ, ਮੋਦੀ ਦਾ ਨਿਸ਼ਾਨਾ ਕੀ ਆ, ਉਹਦੇ ਕੋਈ ਅਰਥ ਬਣਦੇ ਆ ਕਿ ਨਹੀਂ, ਕਿ ਕਿਤੇ ਉਹ ਬਹਾ ਜਾ ਕੇ ਮੋਦੀ ਦਾ ਬਿਆਨ ਇਸ ਤਰ੍ਹਾਂ ਦਾ ਹੈ। ਮੈਨੂੰ ਮੋਦੀ ਸਾਹਿਬ ਦੇ ਬਿਆਨ ਬਾਰੇ ਤਾਂ ਪਤਾ ਨਹੀਂ ਜੀ ਕੀ ਆ। ਨਹੀਂ ਬੋਲਿਆ, ਉਹ ਕਹਿੰਦੇ ਇੱਕ ਪਰਿਵਾਰ 'ਚ ਵੱਖ-ਵੱਖ ਤੁਸੀਂ ਕਿਵੇਂ ਕਾਨੂੰਨ ਹੋ ਸਕਦੇ ਆ। ਨਹੀਂ, ਮੈਂ ਉਹੀ ਕਹਿ ਰਿਹਾ ਤੁਹਾਨੂੰ ਕਿ ਮੈਨੂੰ ਮੋਦੀ ਸਾਹਿਬ ਦੇ ਮਨ ਦੀ ਮਨਸ਼ਾ ਦਾ ਨਹੀਂ ਪਤਾ ਕਿ ਕਿਸ ਤਰ੍ਹਾਂ ਉਹ ਕੀ ਟਾਰਗੇਟ ਕਰਨਾ ਚਾਹੁੰਦੇ ਨੇ। ਆਪਾਂ ਨਹੀਂ ਸਮਝ ਰਹੇ ਮਨ ਕੀ ਬਾਤ। ਪਰ ਇਹਦੇ ਵਿੱਚ ਤਰਾਸਦੀ ਹਿੰਦੁਸਤਾਨ ਦੀ ਇਹ ਆ ਕਿ ਇੱਥੇ ਕੋਈ ਵੀ ਕੰਮ ਹੋਣ ਤੋਂ ਪਹਿਲਾਂ ਉਹਨੂੰ ਕਿਸੇ ਕੰਸਟਰਕਟਿਵ ਤਰੀਕੇ ਨਾਲ ਨਹੀਂ ਵੇਖਿਆ ਜਾਂਦਾ, ਉਹਦਾ ਐਨਾਲਿਸਿਸ ਨਹੀਂ ਕੀਤਾ ਜਾਂਦਾ, ਉਹਦੀ ਵੈਲਿਊਏਸ਼ਨ ਨਹੀਂ ਹੁੰਦੀ। ਕਿਸੇ ਧਿਰ ਨਾਲ ਜੋੜ ਇੱਕ ਧਿਰ ਦੇ ਨਾਲ ਜੋੜ ਦਿੱਤਾ ਜਾਂਦਾ, ਜਾਂ ਦੂਸਰਾ ਉਹ ਲੋਕੀ ਜਿਹੜੇ ਸੈਲਫ ਸਟਾਈਲਡ ਲੀਡਰਸ ਹੁੰਦੇ ਨੇ, ਉਹ ਸਿੱਧੇ ਕਹਿ ਦੋ ਵੀ ਧਰਮ ਦੇ ਠੇਕੇਦਾਰ ਗੜਬੜ ਕਰਦੇ ਲੋਕਾਂ ਨੂੰ ਆਪਦੇ ਨਾਲ ਨਹੀਂ, ਉਹੀ ਸਿੱਧੇ ਕਹਿ ਦੋ, ਥੋੜਾ ਝਿਜਕ ਜੇ। ਲੈਟ ਮੀ ਕੰਪਲੀਟ। ਉਹ ਆਪਦੇ ਹਿਸਾਬ ਨਾਲ ਕਰਦੇ। ਇਹਦੇ 'ਚ ਕੀ ਹੋਇਆ ਖੋਖਰ ਸਾਹਿਬ, ਜਦੋਂ ਯੂਨੀਫਾਰਮ ਸਿਵਲ ਕੋਡ ਦਾ ਉਹਨਾਂ ਨੇ ਪ੍ਰੋਵੀਜ਼ਨ ਰੱਖ ਲਈ ਡਾਇਰੈਕਟਿਵ ਪ੍ਰਿੰਸੀਪਲ 'ਚ, ਬਾਅਦ 'ਚ ਸੁਪਰੀਮ ਕੋਰਟ 'ਚ ਕਈ ਕੇਸ ਗਏ ਜਿਨ੍ਹਾਂ ਦੇ ਵਿੱਚ ਬੜੇ ਲੋਕਾਂ ਦੇ ਵਾਇਓਲੇਸ਼ਨ ਹੋ ਰਹੀ ਸੀ ਮੈਟਰੀਮੋਨੀਅਲ ਲੈਵਲ ਤੇ। ਕਿ ਇਵੇਂ ਸ਼ੋਭਾ ਮੁਡਗਲ ਦਾ ਕੇਸ ਆਇਆ 1995 ਦੇ, ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ। ਉਹਦੇ 'ਚ ਸੈਂਟਰ ਗਵਰਨਮੈਂਟ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਐਫੀਡੇਵਿਟ ਫਾਈਲ ਕਰੋ ਕਿ ਕੀ ਤੁਸੀਂ ਸਟੈਪ ਲਏ ਨੇ, ਜਦ ਕਿ ਕਨਸਟੀਟਿਊਸ਼ਨ ਤਾਂ ਇਹੀ ਕਹਿੰਦਾ ਸੀ, ਜਿਹੜਾ ਆਰਟੀਕਲ 44 ਆ, 44 ਆਰਟੀਕਲ ਯੂਨੀਫਾਰਮ ਸਿਵਲ ਕੋਡ ਦੀ ਪ੍ਰੋਵੀਜ਼ਨ ਕਰਨੀ ਦਾ, ਉਹ ਕਹਿੰਦਾ ਸਟੇਟ ਸ਼ੈਲ ਐਂਡੇਵਰ ਕਿ ਸਟੇਟ ਯਤਨ ਕਰੇਗੀ ਕਿ ਯੂਨੀਫਾਰਮ ਸਿਵਲ ਕੋਡ ਹੋਵੇ। ਪਰ ਸਟੇਟ ਨੇ ਕੀ ਯਤਨ ਕੀਤੇ ਇਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ। ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਐਫੀਡੇਵਿਟ ਫਾਈਲ ਕਰੋ। ਐਫੀਡੇਵਿਟ ਦਾ ਫਾਈਲ ਕੀ ਹੋਣਾ ਸੀਗਾ, ਹੋਇਆ ਜਾਂ ਨਹੀਂ ਹੋਇਆ, ਮੈਨੂੰ ਉਸ ਦੇ ਬਾਰੇ ਨਹੀਂ ਪਤਾ। ਕਿ ਇੱਕ ਪ੍ਰਧਾਨ ਮੰਤਰੀ ਨੇ ਇਹ ਗੱਲ ਕਿਸੇ ਖਾਸ ਕਮਿਊਨਿਟੀ ਦੇ ਲੋਕਾਂ ਨੂੰ ਕਹਿ ਦਿੱਤੀ ਕਿ ਜੀ ਮੈਂ ਨਹੀਂ ਇਹਦੇ ਤੇ ਕੋਈ ਗੌਰ ਕਰਾਂਗਾ। ਪਰ ਉਹ ਤਾਂ ਕਹਿ ਦਿੱਤੀ ਪ੍ਰਧਾਨ ਮੰਤਰੀ ਨੇ, ਕਿ ਵੀ ਕਿਹਾ ਨਹੀਂ ਸੁਪਰੀਮ ਕੋਰਟ ਨਾਲ ਸੰਬੰਧਿਤ, ਕਹਿੰਦੇ ਸੁਪਰੀਮ ਕੋਰਟ ਦਾ ਵੀ ਇਹਨਾਂ ਗੱਲਾਂ ਨੂੰ ਲੈ ਕੇ ਡੰਡਾ ਹੈ। ਉਹ ਕਿਹੜੀਆਂ ਗੱਲਾਂ ਨੇ ਸੁਪਰੀਮ ਕੋਰਟ ਦੇ, ਕੀ ਦਿਸ਼ਾ ਨਿਰਦੇਸ਼? ਇਹ 1995 ਦੀ ਮੈਂ ਗੱਲ ਕਰ ਰਿਹਾ ਜੀ। ਉਦੋਂ ਬਾਅਦ ਦੇ ਵਿੱਚ ਜੌਨ ਵਲੱਥਮ ਵਾਲਾ ਡਿਸੀਜਨ ਆਇਆ, ਕਈ ਹੋਰ ਡਿਸੀਜਨ ਆਏ ਸੁਪਰੀਮ ਕੋਰਟ ਦੇ। ਇਸ ਤਰ੍ਹਾਂ ਦੀ ਸੀਗੀ, ਉਹਨਾਂ ਦੇ ਸੈਂਟਰ ਨੂੰ ਕਿਹਾ ਸੀਗਾ ਕਿ ਇਹਦੇ ਬਾਰੇ ਕੁਝ ਤੁਸੀਂ ਕਰੋ ਯੂਨੀਫਾਰਮ ਸਿਵਲ ਕੋਡ। ਸੁਪਰੀਮ ਕੋਰਟ ਦਾ ਇਹੋ ਹੀ ਰਿਹਾ ਹੈ, ਇਹੀ ਦੂਸਰਾ ਚਾਹਤ ਰਹੀ ਹੈ ਕਿ ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ। ਕਿਉਂਕਿ ਜਿਵੇਂ ਦੇਸ਼ ਦੇ ਹਾਲਾਤ ਨੇ, ਕਨਵਰਸ਼ਨ ਦੇ ਕਈ ਕੇਸ ਆਉਂਦੇ ਨੇ ਜਿੱਥੇ ਮੁਸਲਿਮ ਜਿਹੜੇ ਹਿੰਦੂ ਕਈ ਕਨਵਰਟ ਹੋ ਕੇ ਮੈਰਿਜ ਕਰਵਾਉਣ ਲਈ ਮੁਸਲਿਮ ਬਣ ਜਾਂਦੇ ਨੇ, ਇਸਲਾਮ ਕਬੂਲ ਕਰ ਲੈਂਦੇ ਨੇ। ਉਦੋਂ ਬਾਅਦ ਦੇ ਵਿੱਚ ਉਧਰ ਵਿਆਹ ਕਰਾ ਕੇ ਇੱਧਰ ਜਿਹੜੀ ਹਿੰਦੂ ਵਾਈਫ ਹੁੰਦੀ ਹੈ ਉਹਨਾਂ ਦੀ, ਉਹ ਦੁਖੀ ਹੋਈ ਰਹਿੰਦੀ ਸੀ। ਇਸ ਤਰ੍ਹਾਂ ਦੀ ਸ਼ੋਭਾ ਮੁਡਗਲ ਵਾਲੇ ਕੇਸ ਦੇ ਵਿੱਚ ਕਈ ਕੇਸ ਸੁਪਰੀਮ ਕੋਰਟ ਦੇ ਸਾਹਮਣੇ ਆਏ ਸੀਗੇ। ਇਹ ਆਪਾਂ ਮੋਟੇ ਤੌਰ ਤੇ ਸੂਬੇ ਦਾ ਮੰਤਰੀ ਦਾ ਵੀ ਆ ਗਿਆ ਸੀ, ਜੇ ਤੁਹਾਡੇ ਯਾਦ ਹੋਵੇ। ਉਹ ਤੁਹਾਨੂੰ, ਤੁਸੀਂ ਪੱਤਰਕਾਰ ਹੋ, ਤੁਹਾਨੂੰ ਜ਼ਿਆਦਾ ਯਾਦ ਹੋਏਗਾ। ਪਰ ਇਸ ਤਰ੍ਹਾਂ ਦੇ ਇੱਕ ਤਮਾਸ਼ਾ ਬਣ ਕੇ ਰਹਿ ਜਾਂਦੇ ਆ ਕਈ ਵਾਰ ਜਿਹੜੇ ਕਾਨੂੰਨ ਹੁੰਦੇ ਆ ਨਾ। ਇਸ ਲਈ ਇਹ ਯੂਨੀਫਾਰਮ ਸਿਵਲ ਕੋਡ ਹੈ ਜਿਹੜਾ ਇੱਕ ਪੋਜ਼ਿਟਿਵ ਸਟੈਪ ਹੋਏਗਾ ਟੁਵਾਰਡਸ ਦੈਟ ਕਿ ਲੋਕਾਂ ਦਾ ਜਿਹੜਾ ਹੈਗਾ ਮੈਟਰੀਮੋਨੀਅਲ ਅਲਾਇੰਸ ਨੇ ਉਹ ਵੀ ਡਿਸਟਰਬ ਨਾ ਹੋਣ। ਜਿਹੜੇ ਇੱਕ ਜੈਂਡਰ ਇਕੁਐਲਿਟੀ ਇਹ ਪ੍ਰੋਵਾਈਡ ਕਰੇਗਾ ਕਿ ਜਿਹਦੇ ਜੈਂਡਰ ਜਸਟਿਸ ਪ੍ਰੋਵਾਈਡ ਕਰੇਗਾ ਕਿ ਦੂਸਰਾ ਕਿਸੇ ਦੇ ਨਾਲ ਧੱਕਾ ਨਾ ਹੋਵੇ ਲੇਡੀਜ਼ ਦੇ ਨਾਲ। ਸ਼ਰਮਾ ਜੀ, ਇਹ ਕਿੰਨਾ ਕੁ ਪ੍ਰੋਸੈਸ ਹੈ? ਜਿਵੇਂ ਹੁਣ ਬਿਆਨਾਂ ਤੋਂ ਗੱਲ ਸ਼ੁਰੂ ਹੋ ਗਈ, ਕਦੋਂ ਤੱਕ ਲਾਗੂ ਹੋਣ ਦੀ ਸੰਭਾਵਨਾ ਹੈ? ਲਾਗੂ ਤਾਂ ਮੈਂ ਨਹੀਂ ਕਰਨਾ ਜੀ, ਤੇ ਮਤਲਬ ਪੁਰਾਣੇ ਕੇਸ ਦੇਖੇ ਹੋਣੇ ਉਹਦੇ ਵਿੱਚ ਇਸ ਤਰ੍ਹਾਂ ਜੀ। ਇਹਦੇ ਵਿੱਚ ਅਜੇ ਬਣਾਉਂਦੇ ਆ ਕਿੰਨੀ ਕੁ ਮਨਸ਼ਾ ਜਿਹੜੀ ਹੈਗੀ ਸਰਕਾਰਾਂ ਦੀ ਹੁੰਦੀ ਹੈ। ਜਿਹੜੇ ਤਰਾਸਦੀ ਇਹ ਆ, ਜਦ ਕਿ ਇੱਕ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਆ ਜਿਹਦੇ ਬਾਰੇ ਕਨਸਟੀਟਿਊਐਂਟ ਅਸੈਂਬਲੀ ਨੇ ਵੀ ਕਿਹਾ ਸੀਗਾ ਕਿ ਇਹ ਅੱਗੇ ਜਾ ਕੇ ਬਣਾਉਣ ਲਈ ਸਰਕਾਰਾਂ ਯਤਨ ਕਰਨਗੀਆਂ, ਸਟੇਟ ਯਤਨ ਕਰੇਗੀ। ਪਰ ਯਤਨ ਤਾਂ ਹੋਣੇ ਕੀ ਸੀਗੇ, ਇਹਨੂੰ ਇੱਕ ਇਸ਼ੂ ਬਣਾ ਲੈਂਦੇ ਨੇ ਵੋਟਾਂ ਲਈ, ਕਦੀ ਇੱਧਰ ਤੇ ਕਦੀ ਇੱਧਰ। ਭਾਵੇਂ ਮੈਂ ਇਹ ਨਹੀਂ ਕਹਿ ਰਿਹਾ ਕਿ ਆਹ ਦੂਸਰਾ ਜਿਹੜਾ ਪ੍ਰੈਜ਼ੈਂਟ PM ਹੈ ਇਹ ਕੋਸ਼ਿਸ਼ ਕਰ ਰਿਹਾ ਜਾਂ ਆਹ ਕੋਸ਼ਿਸ਼ ਕਰ ਰਿਹਾ। ਦੂਜੀ ਤਰਾਸਦੀ ਇਹ ਆ ਕਿ ਜੇ ਕੋਈ ਕਨਸਟੀਟਿਊਸ਼ਨਲ ਚੰਗਾ ਵੀ ਹੋ ਰਿਹਾ ਉਹਨੂੰ ਹਰੇਕ ਬੰਦਾ ਵੋਟਾਂ ਦੇ ਐਂਗਲ ਤੋਂ ਵੇਖਣ ਲੱਗ ਪੈਂਦਾ ਹੈ। ਹੁਣ ਜਿਹੜੇ ਇਹ ਯੂਨੀਫਾਰਮ ਸਿਵਲ ਕੋਡ ਸੀ ਜਿਹੜਾ ਇੱਕ ਸਰਕਾਰ ਦੇ ਪਾਰਟ ਤੇ ਵੈਸੇ ਹੀ ਹੋਣਾ ਸੀਗਾ, ਪਰ ਹੁਣ ਉਹਦਾ ਨੈਚੁਰਲ ਆ ਹਾਲਾਤ ਐਵੇਂ ਦੇ ਬਣੇ ਹੋਏ ਨੇ ਦੇਸ਼ ਦੇ ਵੀ ਕਿ ਦੂਸਰਾ ਥੋੜਾ ਜਿਹਾ ਉਹਨੂੰ, ਜਾਂ ਦੂਸਰੇ ਵੀ ਜਿਹੜੇ ਨੇ ਉਹ ਵੀ ਥੋੜੀਆਂ ਵੋਟਾਂ ਨੇ ਜਿਹੜੀਆਂ ਉਹਨਾਂ ਨੂੰ ਵੀ ਖਿੱਚਣ ਦਾ ਯਤਨ ਕਰਦੇ, ਜਿਹੜੇ ਜ਼ਿਆਦੀਆਂ ਵਾਲੇ ਨੇ ਉਹ ਆਪਦੀਆਂ ਨੂੰ ਉਸ ਹਿਸਾਬ ਨਾਲ ਖਿੱਚਣ ਦਾ ਯਤਨ ਕਰਨਗੇ। ਕਿਉਂਕਿ ਤੁਹਾਨੂੰ ਇਹ ਲੱਗਦਾ ਕਿ ਜਿੱਥੇ ਇਨਸਾਨੀਅਤ ਦੀ ਗੱਲ ਆਉਂਦੀ ਆ,
ਸਿਆਸਤ ਨੂੰ ਉਹ ਤੋਂ ਦੂਰ ਰੱਖਣਾ ਚਾਹੀਦਾ। ਮੈਂ ਇਹੀ ਗੱਲ ਕੰਪਲੀਟ ਕਰਦਾ ਕਿਉਂਕਿ ਇਹਦੇ ਵਿੱਚ ਹੁਣ ਇਹ ਤਰਾਸਦੀ ਬਣਦੀ ਹੈ ਕਿ 1995 ਦੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਆ ਯੂਨੀਫਾਰਮ ਸਿਵਲ ਕੋਡ ਲਾਗੂ ਕਰੋ, ਇਹਨੂੰ ਬਣਾਓ। ਇਹਦੇ ਬਾਰੇ ਕੀ ਵਿਊ ਹੈ ਉਹਨਾਂ ਦਾ? ਸੁਪਰੀਮ ਕੋਰਟ ਇਸ ਤਰ੍ਹਾਂ ਨਹੀਂ ਕਹਿ ਸਕਦੀ ਕਿ ਆ ਤੁਸੀਂ ਕਰ ਹੀ ਦਿਓ। ਸੁਪਰੀਮ ਕੋਰਟ ਜਿੱਥੇ ਸੁਪਰੀਮ ਕੋਰਟ ਕਰ ਸਕਦੀ ਸੀ, ਸੁਪਰੀਮ ਕੋਰਟ ਨੇ ਜਿਹੜੇ ਰਾਈਟ ਸੀਗੇ ਜਿਵੇਂ ਰਾਈਟ ਟੂ ਐਜੂਕੇਸ਼ਨ ਵਾਲਾ ਉਹਨੂੰ ਇਧਰੋਂ ਚੱਕ ਕੇ ਕਨਸਟੀਟਿਊਸ਼ਨਲ ਰਾਈਟ ਦਾ ਸਟੇਟਸ ਦੇ ਦਿੱਤਾ ਸੀਗਾ ਪ੍ਰਾਇਮਰੀ ਐਜੂਕੇਸ਼ਨ ਵਾਲਾ, ਕਿਉਂਕਿ ਸੁਪਰੀਮ ਕੋਰਟ ਦੇ ਰੀਚ ਦੇ ਵਿੱਚ ਹੈਗਾ ਸੀ। ਪਰ ਇਹਦੇ ਵਿੱਚ ਬੜੀਆਂ ਲੰਮੀਆਂ ਡਿਸਕਸ਼ਨ ਚਾਹੀਦੀਆਂ, ਲੋਕਾਂ ਦਾ ਜਿਹੜਾ ਪਬਲਿਕ ਓਪੀਨੀਅਨ ਆ ਉਹ ਲੈਣਾ ਜ਼ਰੂਰੀ ਆ। ਮੈਂ ਇਹ ਚਾਹਾਂਗਾ ਕਿ ਜਿਹੜੇ ਲੋਕਾਂ ਨੂੰ ਖਦਸ਼ਾ ਕਿਸੇ ਵੀ ਤਰ੍ਹਾਂ ਦਾ, ਉਹ ਆਪਦੇ ਜਿਹੜੇ ਖਦਸ਼ੇ ਨੇ ਉਹ ਜ਼ਾਹਰ ਕਰਨ। ਜਿਹੜੀਆਂ ਕਮੇਟੀਆਂ ਬਣ ਰਹੀਆਂ ਨੇ, ਜਿਹੜੇ ਸੈਂਟਰਲ ਗਵਰਨਮੈਂਟ ਨੇ ਬਣਾਈਆਂ, ਸਟੇਟ ਗਵਰਨਮੈਂਟਸ ਬਣਾ ਰਹੀਆਂ, ਕੁਛ ਨੇ ਬਣਾ ਦਿੱਤੀਆਂ, ਕੁਛ ਬਣਾ ਦੇਣਗੀਆਂ। ਜੇ ਇਹਨਾਂ ਦੇ ਮਨ ਦੇ ਵਿੱਚ ਜੋ ਵੀ ਖਦਸ਼ੇ ਨੇ, ਗਲਤ ਨੇ ਸਹੀ ਨੇ, ਜਿਹੜੇ ਸਾਰੇ ਉਹਨਾਂ ਦੇ ਅੱਗੇ ਰੱਖਣ, ਇਹਨਾਂ ਦੇ ਭੁਲੇਖੇ ਦੂਰ ਕਰਨ। ਹੋ ਸਕਦਾ ਕਿ ਸਰਕਾਰ ਹੀ ਤੁਹਾਡੇ ਦੂਸਰਾ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੱਲ ਕਰ ਦੇਵੇ। ਤੇ ਜੇ ਸਰਕਾਰ ਨਹੀਂ ਹੱਲ ਕਰਦੀ, ਮੈਂ ਤਾਂ ਸਰਕਾਰ ਨੂੰ ਹੀ ਕਹਾਂਗਾ ਕਿ ਲੋਕਾਂ ਦਾ ਕੌਨਫੀਡੈਂਸ ਆ ਜਿਹੜਾ ਉਹਨੂੰ ਬਿਲਟ ਅਪ ਕਰੋ, ਕਿ ਇੱਕ ਮਾਹੌਲ ਸਿਰਜੋ ਇਵੇਂ ਦਾ ਕਿ ਕੋਈ ਮੁਸਲਿਮ ਹੈ ਜਾਂ ਦੂਸਰਾ ਸਿੱਖ ਹੈ, ਹਿੰਦੂ, ਈਸਾਈ ਜੋ ਵੀ ਆਪਣੇ ਚੱਲਦਾ ਹੈ, ਉਸ ਤਰ੍ਹਾਂ ਦੇ ਦੂਸਰਾ ਨਵੀਂ ਹਰੇਕ ਦੇ ਮਨ ਦੇ ਵਿੱਚ ਇਹ ਹੋਵੇ ਕਿ ਵਾਕਈ ਯੂਨੀਫਾਰਮ ਸਿਵਲ ਕੋਡ ਸਾਡੇ ਲਈ ਚੰਗਾ ਹੋਏਗਾ। ਪਰ ਇਹ ਤਾਂ ਫਿਰ ਬਾਬੇ ਨਾਨਕ ਦੀ ਗੱਲ ਵੀ ਚੇਤੇ ਰੱਖਣੀ ਪਊਗੀ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਾਰਿਆਂ ਵਾਸਤੇ ਭਲੇ ਦੀ ਗੱਲ ਹੋਵੇ, ਕਾਨੂੰਨ ਦੀ ਗੱਲ ਹੋਵੇ। ਇਹ ਤਾਂ ਜੋ ਸਾਡੇ ਇੱਕ ਜੱਜ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਜੇ ਤਾਂ ਚੰਗਾ ਇਨਸਾਨ ਹੈਗਾ ਕੋਈ, ਉਹ ਜੇ ਉਹਨੂੰ ਕਾਨੂੰਨ ਦਾ ਨਹੀਂ ਵੀ ਪਤਾ, ਉਹ ਚੰਗਾ ਇਨਸਾਫ ਫਿਰ ਵੀ ਕਰ ਦੂਗਾ। ਤੇ ਇੱਕ ਜਿਹੜਾ ਭਾਵੇਂ ਉਹ ਜੱਜ ਹੈ, ਭਾਵੇਂ ਵਕੀਲ ਹੈ, ਜੇ ਉਹਨੂੰ ਕਾਨੂੰਨ ਦਾ ਪਤਾ ਵੀ ਹੈ ਤੇ ਜੋ ਚੰਗਾ ਇਨਸਾਨ ਨਹੀਂ ਹੈਗਾ, ਹੀ ਵਿਲ ਕ੍ਰੀਏਟ ਹੈਵਕ ਆਊਟ ਆਫ ਇਟ, ਉਹ ਬੇੜਾ ਗਰਕ ਕਰਕੇ ਰੱਖ ਦੇਗਾ। ਇਹਦੇ ਵਿੱਚ ਇਹ ਆ, ਹੁਣ ਪਿੱਛੇ ਜਿਹੇ ਕੇਰਲਾ ਹਾਈ ਕੋਰਟ ਦਾ ਇੱਕ ਡਿਸੀਜਨ ਸੀਗਾ, ਉਹਦੇ ਮੁਹੰਮਦ ਮੁਸਤੀਕ ਜੱਜ ਸਾਹਿਬ ਸੀਗੇ, ਉਹਨਾਂ ਨੇ ਸੈਂਟਰਲ ਗਵਰਨਮੈਂਟ ਨੂੰ ਕਿਹਾ ਹੈ ਕਿ ਤੁਸੀਂ ਦੂਸਰਾ ਇਹਦੇ ਬਾਰੇ ਕੁਝ ਕਰੋ, ਜਿਹੜਾ ਯੂਨੀਫਾਰਮ ਸਿਵਲ ਕੋਡ ਇਹਨੂੰ ਬਣਾਓ, ਇਹਦੇ ਬਾਰੇ ਕੋਈ ਕੀ ਕਰੋਗੇ, ਕੁਛ ਇੱਕ ਯੂਨੀਫਾਰਮਿਟੀ ਹੋਣੀ ਚਾਹੀਦੀ ਹੈ ਲਾਅ ਦੇ ਵਿੱਚ। ਤੇ ਇਹ ਦੇਖਣ ਨੂੰ ਲੱਗਦਾ ਕਿ ਜਿਹੜਾ ਮੋਟੇ ਜਿਹੇ ਤੌਰ ਤੇ ਕਹਿ ਦਿੱਤਾ ਕਿ ਪਲੂਰਲ ਕਲਚਰ ਆ, ਆਹ ਕੁਛ ਹੋਣਾ ਚਾਹੀਦਾ, ਪਰ ਵੇਖੋ ਤਾਂ ਅਸੀਂ ਇਹਦੇ ਵਿੱਚੋਂ ਦੂਸਰਾ ਉਹ ਕੀ ਸਰਕਾਰ ਕੀ ਕਰਨਾ ਚਾਹੁੰਦੀ ਹੈ। ਜਿਹੜੇ ਤੁਸੀਂ ਆਪਦੇ ਵੀ ਵਿਊ ਪੁਆਇੰਟ ਦਿਓ, ਆਖਰਕਾਰ ਤਾਂ ਉਹਦੇ ਵਿੱਚੋਂ ਹੀ ਕੁਝ ਨਿਕਲਣਾ ਨਾ। ਯੂਨੀਫਾਰਮ ਸਿਵਲ ਕੋਡ ਇੱਕ ਨਾ ਮੋਦੀ ਨੇ ਬਣਾ ਦੇਣਾ, ਨਾ ਹੀ ਕਿਸੇ ਦੂਸਰਾ ਵਿਰੋਧੀ ਨੇ ਬਣਾ ਦੇਣਾ। ਤੁਸੀਂ ਉਹਦੇ ਵਿੱਚ ਜੇ ਹੁਣ ਇੱਕ ਕੰਸਟਰਕਟਿਵ ਸਰਕਾਰ ਨੂੰ ਚਾਹੀਦਾ ਕਿ ਕੰਸਟਰਕਟਿਵ ਮਾਹੌਲ ਬਣਾਉਣ ਸਰਕਾਰ, ਜਿਹਦੇ ਵਿੱਚ ਦੂਜੇ ਵੀ ਜਿਹੜੇ ਕਈਆਂ ਦੇ ਤਾਂ ਜਿਹੜੇ ਇਲ ਫਾਊਂਡਡ ਹੁੰਦੇ ਆ ਕਿ ਐਪਰੀਹੈਂਸ਼ਨ ਹੀ ਜਿਹੜੀਆਂ ਬੇਸਲੈਸ ਨੇ, ਕਿਉਂਕਿ ਉਹਨਾਂ ਇੱਕ ਕ੍ਰੀਏਟ ਕਰਨੀਆਂ ਹੀ। ਕਈ ਜੈਨੂਇਨ ਇਨਸਾਨ ਵੀ ਹੈਗੇ ਨੇ ਜਿਹੜੇ ਸਿਵਲ ਸੁਸਾਇਟੀ ਦੇ ਵਿੱਚ, ਜੇ ਕੋਈ ਉਹਨਾਂ ਦੀਆਂ ਐਪਰੀਹੈਂਸ਼ਨਸ ਨੇ ਦੂਰ ਕਰਨੀਆਂ ਚਾਹੀਦੀਆਂ ਗਵਰਨਮੈਂਟ ਨੂੰ ਕਿ ਨਹੀਂ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਹੋਣਾ, ਤੁਹਾਡੇ ਮਿਸਬਲੀਫ ਹੀ ਨੇ, ਇਹਦੇ ਵਿੱਚ ਕੁਝ ਨਹੀਂ ਇਸ ਤਰ੍ਹਾਂ ਦਾ, ਆਹ ਕੁਝ ਅਸੀਂ ਕਰ ਰਹੇ ਹਾਂ, ਇਹ ਸਾਡੇ ਭਲੇ ਲਈ ਹੋਏਗਾ। ਤੇ ਜੇ ਫਿਰ ਵੀ ਮੈਂ ਕਹਿੰਦਾ ਖੁਦਾ ਨਖਾਸਤਾ ਬਣ ਜਾਂਦਾ ਤੇ ਸੁਪਰੀਮ ਕੋਰਟ ਬੈਠੀ ਹੈ, ਇਟ ਵਿਲ ਸੈਟ ਅਸਾਈਡ ਦੋਜ਼ ਪ੍ਰੋਵੀਜ਼ਨ ਜਿਹੜੀਆਂ ਦੂਸਰਾ ਬੇਸਿਕ ਰਾਈਟਸ ਦੇ ਅਗੇਂਸਟ ਹੋਣਗੀਆਂ। ਇਹਦੇ ਕੋਲ ਜੁਡੀਸ਼ੀਅਲ ਰਿਵਿਊ ਦੀ ਪਾਵਰ ਹੈਗੀ ਹੈ, ਸੁਪਰੀਮ ਕੋਰਟ ਬੈਠੀ ਹੈ ਅੱਜ। ਬਿਲਕੁਲ। ਸੋ UCC ਦਾ ਇੱਕ ਪੰਜਾਬੀ ਦੇ ਵਿੱਚ ਵਕੀਲ ਸਾਹਿਬ ਨੇ ਕਿਹਾ ਕਿ ਸਾਂਝਾ ਦੀਵਾਨੀ ਜ਼ਾਬਤਾ, ਉਹ ਵੀ ਆਪਾਂ ਇਹਨਾਂ ਨੇ ਨਾਂ ਦੇ ਦਿੱਤਾ ਅੱਜ, ਜਿਸ ਨੂੰ ਅਸੀਂ ਜੋ ਚਰਚਾ ਦੌਰਾਨ ਸਾਂਝਾ ਸਿਵਲ ਕੋਡ ਕਿਹਾ। ਸੋ ਦੇਖਦੇ ਹਾਂ ਇਹ ਕਿਸ ਤਰ੍ਹਾਂ ਲਾਗੂ ਹੋਏਗਾ, ਪਰ ਫਿਲਹਾਲ ਸੰਵਿਧਾਨਕ ਕਮੇਟੀਆਂ ਬਣੀਆਂ ਹੋਈਆਂ ਨੇ, ਉਹਦੇ ਅੱਗੇ ਆਪਣਾ ਕੋਈ ਵੀ ਬੰਦਾ ਪੱਖ ਰੱਖ ਸਕਦਾ। ਸੋ ਕੇਂਦਰ ਸਰਕਾਰ ਦੀ ਮਨਸਾ ਕੀ ਆ, ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗੀ ਇਸ ਕਾਨੂੰਨ ਨੂੰ ਲਾਗੂ ਕਰਨ ਲੱਗੇ। ਪਰ ਵਕੀਲ ਸਾਹਿਬ ਦਾ ਕਹਿਣਾ ਹੈ ਕਿ ਜ਼ਰੂਰ ਇਹ ਇਨਸਾਨੀਅਤ ਦੇ ਜਾਂ ਫਿਰ ਜਨਤਾ ਦੇ ਪੱਖ ਦੀ ਗੱਲ ਹੋਵੇਗੀ। ਕੈਮਰਾਮੈਨ ਜਗਸੀਰ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ।